ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹ ਤੇ ਨਾਲ ਹੀ ਕਈ ਥਾਵਾਂ ਦੇ ਉੱਤੇ ਪਹਾੜ ਖਿਸਕੇ ਇੱਕ ਮੌਤ ਦੀ ਪੁਲਿਸ ਦੇ ਵੱਲੋਂ ਪੁਸ਼ਟੀ, ਕਈ ਲਾਪਤਾ। ਬ੍ਰਿਟਿਸ਼ ਕੋਲੰਬੀਆ ਵਿੱਚ ਤੂਫਾਨ ਕਰਕੇ ਹਜ਼ਾਰਾਂ ਘਰਾਂ ਦੀ ਬਿਜਲੀ ਚਲੀ ਗਈ। ਕਈ ਥਾਵਾਂ ਦੇ ਉੱਤੇ ਅਜੇ ਤੱਕ ਬਿਜਲੀ ਨਹੀਂ ਆਈ। BC ਹਾਈਡਰੋ ਦੇ ਵੱਲੋਂ ਚੇਤਾਵਨੀ ਦੇ ਬਾਰੇ ਦੇਵਾਂਗੇ ਜਾਣਕਾਰੀ। ਸਰੀ ਵਿੱਚ ਲਾਪਤਾ ਪੰਜਾਬੀ ਨੌਜਵਾਨ ਦੀ ਭਾਲ। ਕੈਨੇਡਾ ਵਿੱਚ ਦਾਖਲ ਹੋਣ ਸਮੇਂ ਦੀਆਂ ਹਦਾਇਤਾਂ 'ਚ ਛੇਤੀ ਹੋ ਸਕਦੀ ਹੈ ਨਵੀਂ ਤਬਦੀਲੀ, ਦੇਵਾਂਗੇ ਜਾਣਕਾਰੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਕਿਹੜੀਆਂ ਗੱਲਾਂ ਕਹੀਆਂ, ਇਹ ਦੱਸਾਂਗੇ। ਟੋਰਾਂਟੋ ਖੇਤਰ ਵਿੱਚ ਇੱਕ ਸਕੂਲ ਅੰਦਰ ਲੜਾਈ ਹੋਈ, ਚਾਕੂ ਮਾਰੇ ਗਏ, 3 ਜਣਿਆਂ ਦੀ ਹਾਲਤ ਗੰਭੀਰ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੜ੍ਹ ਦੌਰਾਨ ਕੀ ਹਾਲਾਤ ਬਣੇ ਹੋਏ ਨੇ ਤੇ ਨਾਲ ਹੀ ਕਈ ਹਾਈਵੇ ਪਹਾੜਾਂ ਤੋਂ ਮਿੱਟੀ ਖਿਸਕਣ ਦੇ ਕਰਕੇ ਬੰਦ ਕੀਤੇ ਗਏ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੱਥੇ ਇੱਕ ਪਾਸੇ ਕਈ ਥਾਵਾਂ ਦੇ ਉੱਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਨੇ ਤਾਂ ਨਾਲ ਹੀ ਬ੍ਰਿਟਿਸ਼ ਕੋਲੰਬੀਆ RCMP ਨੇ ਪੁਸ਼ਟੀ ਕੀਤੀ ਹੈ ਮੰਗਲਵਾਰ ਨੂੰ ਕਿ ਉਹਨਾਂ ਨੂੰ ਇੱਕ ਔਰਤ ਦੀ ਦੇਹ ਮਿਲੀ ਹੈ ਜੋ ਹਾਈਵੇ 99 ਦੇ ਉੱਤੇ ਪੈਂਬਰਟਨ ਤੋਂ ਲੈ ਕੇ ਲਿਲੂਏਟ ਤੱਕ ਪਹਾੜਾਂ ਤੋਂ ਮਿੱਟੀ ਖਿਸਕਣ ਦੇ ਮਾਮਲੇ ਸਾਹਮਣੇ ਆਏ। ਉਸ ਦੇ ਵਿੱਚ ਕਈਆਂ ਦੇ ਲਾਪਤਾ ਹੋਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਤੇ ਇਸ ਦੇ ਨਾਲ ਹੀ ਹੁਣ ਤੱਕ ਇੱਕ ਮੌਤ ਹੋਣ ਦੇ ਬਾਰੇ ਵੀ ਪੁਸ਼ਟੀ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘੱਟੋ-ਘੱਟ 2 ਜਣੇ ਲਾਪਤਾ ਦੱਸੇ ਗਏ ਨੇ ਤੇ ਨਾਲ ਹੀ ਉਹ ਵਾਹਨ ਜਿਨ੍ਹਾਂ ਦੇ ਵਿੱਚ ਵਿਅਕਤੀ ਮੌਜੂਦ ਸਨ ਪਹਾੜ ਤੋਂ ਮਿੱਟੀ ਖਿਸਕਣ ਤੋਂ ਬਾਅਦ ਉੱਥੇ ਉਹ ਹਾਦਸੇ ਦੇ ਸ਼ਿਕਾਰ ਹੋਏ ਹੋ ਸਕਦੇ ਨੇ। RCMP ਮੁਤਾਬਕ ਹਾਦਸੇ ਵਾਲੀ ਥਾਂ ਤੋਂ 9 ਕਿਲੋਮੀਟਰ ਦੀ ਦੂਰੀ ਦੇ ਉੱਤੇ ਉਹਨਾਂ ਨੂੰ ਵਾਹਨ ਵੀ ਮਿਲੇ। ਕਈ ਥਾਵਾਂ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਵੇ ਇਸ ਸਮੇਂ ਬੰਦ ਕੀਤੇ ਹੋਏ ਹਨ, ਜਿੱਥੇ ਕਿ ਨਾ ਸਿਰਫ ਪਹਾੜਾਂ ਤੋਂ ਮਿੱਟੀ ਖਿਸਕਣ ਦੇ ਮਾਮਲੇ ਸਾਹਮਣੇ ਆ ਰਹੇ ਨੇ, ਸਗੋਂ ਹਾਈਵੇ ਕਈ ਥਾਵਾਂ ਦੇ ਉੱਤੇ ਟੁੱਟੇ ਵੀ ਨੇ ਤੇ ਹੜ੍ਹ ਦੇ ਕਰਕੇ ਹਾਲਾਤ ਕਾਫੀ ਜ਼ਿਆਦਾ ਵਿਗੜੇ ਹੋਏ ਨੇ। ਖਾਸ ਤੌਰ ਦੇ ਉੱਤੇ ਮੇਰਠ ਸ਼ਹਿਰ ਤਾਂ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ, ਜਿੱਥੇ ਕਿ ਪਾਣੀ ਹੀ ਪਾਣੀ ਭਰਿਆ ਹੋਇਆ ਹੈ। ਅੱਗੇ ਜਾਣਕਾਰੀ ਜੋ BC ਹਾਈਡਰੋ ਦੇ ਵੱਲੋਂ ਦੱਸਿਆ ਗਿਆ ਹੈ ਕਿ ਕਿੰਨੇ ਘਰਾਂ ਦੀ ਬਿਜਲੀ ਤੂਫਾਨ ਦੇ ਕਰਕੇ ਪ੍ਰਭਾਵਿਤ ਹੋਈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੂਫਾਨ ਤੋਂ ਬਾਅਦ ਜਿੱਥੇ ਇੱਕ ਪਾਸੇ ਕਈ ਘਰਾਂ ਦੀ ਬਿਜਲੀ ਚਲੀ ਗਈ ਤਾਂ ਹਜੇ ਵੀ ਕਈ ਅਜਿਹੇ ਗ੍ਰਾਹਕ ਮੌਜੂਦ ਨੇ ਜਿੱਥੇ ਕਿ ਬਿਜਲੀ ਵਾਪਸ ਨਹੀਂ ਆਈ। ਮੰਗਲਵਾਰ ਦੀ ਸਵੇਰ ਤੱਕ BC ਹਾਈਡਰੋ ਦੇ ਵੱਲੋਂ ਤੂਫਾਨ ਦੇ ਕਰਕੇ ਹੋਏ ਨੁਕਸਾਨ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ। ਉਸ ਦੇ ਵਿੱਚ ਦੱਸਿਆ ਗਿਆ ਕਿ ਸੋਮਵਾਰ ਦੀ ਦੁਪਹਿਰ ਨੂੰ 1,26,000 ਗ੍ਰਾਹਕ ਅਜਿਹੇ ਸਨ ਜਿਹੜੇ ਕਿ ਬਿਜਲੀ ਤੋਂ ਬਗੈਰ ਸੀ ਤੇ ਨਾਲ ਹੀ ਹੋਰ ਉਸਦੇ ਆਲੇ ਦੁਆਲੇ ਕਈ ਭਾਈਚਾਰੇ ਜਿੱਥੇ ਕਿ ਪੂਰੀ ਤਰ੍ਹਾਂ ਬਿਜਲੀ ਚਲੀ ਗਈ, ਜਿਸ ਦੇ ਬਾਰੇ BC ਹਾਈਡਰੋ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਦੱਸਿਆ ਗਿਆ ਕਿ 56,000 ਗ੍ਰਾਹਕ ਜਿਨ੍ਹਾਂ ਦੀ ਰਾਤ ਤੱਕ ਬਿਜਲੀ ਆ ਗਈ, ਪਰ 600 ਹਜੇ ਵੀ ਅਜਿਹੇ ਨੇ ਲੋਅਰ ਮੇਨਲੈਂਡ ਦੇ ਵਿੱਚ ਗ੍ਰਾਹਕ ਜਿਨ੍ਹਾਂ ਦੀ ਬਿਜਲੀ ਵਾਪਸ ਨਹੀਂ ਆਈ ਹੈ, ਜੋ ਕਿ ਲੋਅਰ ਮੇਨਲੈਂਡ ਤੇ ਨਾਲ ਹੀ ਵੈਨਕੂਵਰ ਆਈਲੈਂਡ ਦੇ ਖੇਤਰਾਂ ਵਿੱਚ ਮੌਜੂਦ ਨੇ। ਜਿਸ ਦੇ ਬਾਰੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੀਰੀਅਰ ਖੇਤਰ ਦੇ ਵਿੱਚ ਹਜੇ ਵੀ 13,600 ਤੋਂ ਵੱਧ ਗ੍ਰਾਹਕ ਨੇ ਜਿਹੜੇ ਕਿ ਬਿਜਲੀ ਤੋਂ ਬਗੈਰ ਨੇ ਤੇ ਨਾਲ ਹੀ ਕਿਹਾ ਗਿਆ ਹੈ ਕਿ ਐਮਰਜੈਂਸੀ ਕਿੱਟ ਬ੍ਰਿਟਿਸ਼ ਕੋਲੰਬੀਆ ਵਾਸੀ ਜ਼ਰੂਰ ਆਪਣੇ ਕੋਲ ਤਿਆਰ ਰੱਖਣ। ਜੇਕਰ ਕਿਤੇ ਤੂਫਾਨ ਦੇ ਕਰਕੇ ਬਿਜਲੀ ਜ਼ਿਆਦਾ ਸਮੇਂ ਤੱਕ ਚਲੀ ਜਾਂਦੀ ਹੈ ਤਾਂ ਐਮਰਜੈਂਸੀ ਕਿੱਟ ਦੇ ਨਾਲ ਉਹਨਾਂ ਨੂੰ ਮਦਦ ਹੋ ਸਕੇ, ਜਿਸ ਦੇ ਵਿੱਚ ਫਲੈਸ਼ਲਾਈਟ, ਬੈਟਰੀਜ਼, ਫਰਸਟ ਏਡ ਕਿੱਟ, ਪਾਣੀ ਤੇ ਨਾਲ ਹੀ ਅਜਿਹਾ ਭੋਜਨ ਜਿਸ ਨੂੰ ਪਕਾਉਣ ਦੀ ਲੋੜ ਨਾ ਪਵੇ ਤਾਂ ਕਿ ਐਮਰਜੈਂਸੀ ਦੇ ਵਿੱਚ ਉਹ ਕੰਮ ਆ ਸਕੇ। ਅਜਿਹੀਆਂ ਐਮਰਜੈਂਸੀ ਕਿੱਟ ਬਣਾ ਕੇ ਬ੍ਰਿਟਿਸ਼ ਕੋਲੰਬੀਆ ਵਾਸੀ ਆਪਣੇ ਕੋਲ ਜ਼ਰੂਰ ਰੱਖਣ, ਜਿਸ ਦੇ ਬਾਰੇ BC ਹਾਈਡਰੋ ਵਿਭਾਗ ਦੇ ਵੱਲੋਂ ਵੀ ਕਿਹਾ ਗਿਆ ਹੈ। ਹੁਣ ਤੁਹਾਨੂੰ ਜਾਣਕਾਰੀ ਦੱਸਾਂਗੇ ਜੋ ਸਰੀ RCMP ਨੇ ਇੱਕ ਪੰਜਾਬੀ ਨੌਜਵਾਨ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਸਰੀ RCMP ਨੇ ਭਵਨੀਤ ਸਿੰਘ ਨਾਮਕ ਨੌਜਵਾਨ ਨੂੰ ਲੱਭਣ ਦੇ ਲਈ ਸਹਿਯੋਗ ਦੀ ਮੰਗ ਕੀਤੀ ਹੈ, ਜਿਸ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਿਸ ਨੂੰ ਨਵੰਬਰ 11, 2021 ਨੂੰ ਮਿਲੀ ਸੀ, ਜਿਸ ਨੂੰ ਆਖਰੀ ਵਾਰ ਨਵੰਬਰ 9, 2021 ਨੂੰ ਸਵੇਰੇ 7 ਵਜੇ 6300 ਬਲਾਕ ਤੇ 146A ਸਟਰੀਟ ਦੇ ਉੱਤੇ ਸਰੀ ਦੇ ਵਿੱਚ ਦੇਖਿਆ ਗਿਆ। ਜਿਸ ਤੋਂ ਬਾਅਦ ਭਵਨੀਤ ਸਿੰਘ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ, ਨਾ ਹੀ ਉਹ ਪਹਿਲਾਂ ਕੁਝ ਇਸ ਤਰ੍ਹਾਂ ਲਾਪਤਾ ਹੋਇਆ ਹੈ ਤੇ ਨਾ ਹੀ ਇੰਨੀ ਦੇਰ ਉਸਨੇ ਆਪਣੇ ਪਰਿਵਾਰ ਨੂੰ ਸੰਪਰਕ ਨਾ ਕੀਤਾ ਹੋਵੇ, ਕੁਝ ਅਜਿਹਾ ਹੋਇਆ ਹੈ। ਪੁਲਿਸ ਦੇ ਨਾਲ ਹੀ ਉਸਦਾ ਪਰਿਵਾਰ ਇਸ ਸਮੇਂ ਉਸ ਦੀ ਸਿਹਤ ਤੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ। ਭਵਨੀਤ ਸਿੰਘ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਉਹ 22 ਸਾਲਾ ਪੰਜਾਬੀ ਨੌਜਵਾਨ ਹੈ, ਜਿਸ ਦਾ ਕੱਦ 5 ਫੁੱਟ 7 ਇੰਚ ਦੇ ਕਰੀਬ ਹੈ, 85 ਕਿਲੋ ਉਸਦਾ ਭਾਰ ਹੈ ਤੇ ਉਹ ਦਸਤਾਰ ਸਜਾਉਂਦਾ ਏ, ਜਿਸ ਦੀ ਕਿ ਭੂਰੀ ਰੰਗ ਦੀ ਦਾੜੀ ਹੈ ਤੇ ਭੂਰੀਆਂ ਅੱਖਾਂ ਨੇ, ਜਿਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ। ਫਿਲਹਾਲ ਇਹ ਨਹੀਂ ਪਤਾ ਕਿ ਆਖਰੀ ਵਾਰ ਉਸਨੇ ਕੀ ਪਾਇਆ ਹੋਇਆ ਸੀ ਜਦੋਂ ਉਹ ਲਾਪਤਾ ਹੋਇਆ। ਸਰੀ RCMP ਦਾ ਕਹਿਣਾ ਹੈ ਕਿ ਭਵਨੀਤ ਦੇ ਬਾਰੇ ਕਿਸੇ ਨੂੰ ਕੁਝ ਪਤਾ ਹੋਵੇ ਤਾਂ 604 59 90 502 ਤੇ ਸੰਪਰਕ ਕਰਕੇ ਦੱਸਿਆ ਜਾਵੇ।
ਅੱਗੇ ਜਾਣਕਾਰੀ ਜੋ ਕੈਨੇਡਾ ਦੇ ਸਿਹਤ ਮੰਤਰੀ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ ਕਿ ਛੇਤੀ ਹੀ ਕੈਨੇਡਾ ਦੇ ਬਾਰਡਰ ਦੇ ਉੱਤੇ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਹਦਾਇਤਾਂ 'ਚ ਤਬਦੀਲੀ ਕੀਤੀ ਜਾ ਸਕਦੀ ਹੈ। ਕੈਨੇਡਾ ਵਿੱਚ ਦਾਖਲ ਹੋਣ ਸਮੇਂ ਇੰਟਰਨੈਸ਼ਨਲ ਯਾਤਰੀਆਂ ਦੇ ਲਈ ਜੋ ਕੋਵਿਡ-19 ਸੰਬੰਧੀ ਹਦਾਇਤਾਂ ਨੇ ਉਹਨਾਂ ਦੇ ਵਿੱਚ ਤਬਦੀਲੀ ਆਵੇਗੀ ਛੇਤੀ ਹੀ, ਜਿਸ ਦੇ ਬਾਰੇ ਕੈਨੇਡਾ ਸਰਕਾਰ ਤੋਂ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਛੇਤੀ ਹੀ ਇਸ ਤਬਦੀਲੀ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਸਮੇਂ ਕੈਨੇਡਾ ਸਰਕਾਰ ਦੇ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਜੋ ਇੰਟਰਨੈਸ਼ਨਲ ਯਾਤਰੀ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ ਉਸ ਦੇ ਵਾਸਤੇ ਜਦੋਂ ਕੋਵਿਡ-19 ਦੇ ਟੀਕੇ ਉਹਨਾਂ ਦੇ ਲੱਗੇ ਹੋਏ ਨੇ ਤਾਂ ਕੋਵਿਡ-19 ਦੇ ਟੈਸਟ ਦੀ ਰਿਪੋਰਟ ਨਾ ਦੇਖੀ ਜਾਵੇ, ਜੋ ਕਿ ਕਾਫੀ ਮਹਿੰਗਾ ਵੀ ਹੁੰਦਾ ਟੈਸਟ, ਤੇ ਉਸ ਟੈਸਟ ਦੇ ਕਰਕੇ ਉਹਨਾਂ ਨੂੰ ਪਹਿਲਾਂ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਸ ਕਰਕੇ ਉਹ ਯਾਤਰੀ ਜਿਹੜੇ ਕਿ ਸਿਰਫ ਕੁਝ ਸਮੇਂ ਦੇ ਵਾਸਤੇ ਬਾਰਡਰ ਪਾਰ ਕਰਦੇ ਨੇ, ਜਿਵੇਂ ਕਿ ਅਮਰੀਕਾ ਤੋਂ ਕਿਸੇ ਨੇ ਆਉਣਾ ਹੈ ਤਾਂ ਸਿਰਫ ਇੱਕ ਦਿਨ ਦੇ ਲਈ ਜੇਕਰ ਕੋਈ ਆਉਂਦਾ ਹੈ ਤਾਂ ਉਸ ਦੇ ਵਾਸਤੇ ਕੋਵਿਡ-19 ਦੇ ਟੈਸਟ ਨੂੰ ਜੋ ਲਾਜ਼ਮੀ ਕੀਤਾ ਹੋਇਆ ਹੈ ਉਸੇ ਕਰਕੇ ਦਿੱਕਤਾਂ ਦਾ ਸਾਹਮਣਾ ਯਾਤਰੀਆਂ ਨੂੰ ਕਰਨਾ ਪੈਂਦਾ ਹੈ, ਤੇ ਇਸ ਦਾ ਅਸਰ ਟੂਰਿਜ਼ਮ ਸੈਕਟਰ ਦੇ ਉੱਤੇ ਵੀ ਹੋ ਰਿਹਾ ਹੈ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੂੰ ਹਟਾਇਆ ਜਾਵੇ। ਤਾਂ ਉਧਰ ਚੀਫ ਪਬਲਿਕ ਹੈਲਥ ਆਫੀਸਰ ਡਾਕਟਰ ਥੈਰੇਸਾ ਟੈਮ ਦੇ ਵੱਲੋਂ ਇਸ ਲੋੜ ਦੇ ਵਾਸਤੇ ਬਿਆਨ ਵੀ ਦਿੱਤਾ ਗਿਆ ਪਹਿਲਾਂ ਕਿ ਇਹ ਜ਼ਰੂਰੀ ਹੈ, ਪਰ ਇਸ ਦੇ ਉੱਤੇ ਪਬਲਿਕ ਹੈਲਥ ਏਜੰਸੀ ਦੇ ਵੱਲੋਂ ਵਿਚਾਰ ਕੀਤਾ ਜਾਵੇਗਾ ਤੇ ਇਸ ਦੇ ਬਾਰੇ ਛੇਤੀ ਹੀ ਕੋਈ ਨਵਾਂ ਐਲਾਨ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਅੱਜ ਕੀ ਕੁਝ ਕਿਹਾ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਐਮਪੀ ਦੇ ਵਜੋਂ ਸਹੁੰ ਚੁੱਕੀ ਅਧਿਕਾਰਤ ਤੌਰ ਦੇ ਉੱਤੇ ਅੱਜ, ਜਿਸ ਦੀ ਤਸਵੀਰ ਵੀ ਉਹਨਾਂ ਨੇ ਸਾਂਝੀ ਕੀਤੀ। ਸ਼ੌਨ ਫਰੇਜ਼ਰ ਨੋਵਾ ਸਕੋਸ਼ੀਆ ਦੇ ਵਿੱਚ ਸੈਂਟਰਲ ਨੋਵਾ ਤੋਂ ਐਮਪੀ ਨੇ, ਜੋ ਕਿ 6 ਸਾਲ ਤੋਂ ਐਮਪੀ ਦੇ ਵਜੋਂ ਕੰਮ ਕਰ ਰਹੇ ਨੇ। ਭਾਈਚਾਰਿਆਂ ਦੇ ਵਾਸਤੇ ਕੰਮ ਕਰਨ ਤੇ ਨਾਲ ਹੀ ਅੱਗੇ ਚੰਗੀ ਉਮੀਦ ਰੱਖਣ ਦਾ ਜ਼ਿਕਰ ਕਰਦੇ ਹੋਏ ਸ਼ੌਨ ਫਰੇਜ਼ਰ ਦੇ ਵੱਲੋਂ ਕਿਹਾ ਗਿਆ ਕਿ ਉਹ ਪਹਿਲਾਂ ਹੀ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਲੈ ਚੁੱਕੇ ਨੇ, ਜਿਸ ਦੇ ਵਿੱਚ ਕੈਨੇਡਾ ਦੇ ਮਿਨਿਸਟਰ ਆਫ ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਦੇ ਵਜੋਂ ਉਹ ਕੰਮ ਕਰ ਰਹੇ ਨੇ। ਇੱਥੇ ਜ਼ਿਕਰਯੋਗ ਹੈ ਕਿ ਸ਼ੌਨ ਫਰੇਜ਼ਰ ਜਦੋਂ ਇਮੀਗ੍ਰੇਸ਼ਨ ਮੰਤਰੀ ਬਣੇ ਤਾਂ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਇਸ ਸਮੇਂ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵੱਲੋਂ ਛੇਤੀ ਹੀ ਕੋਈ ਵੱਡੇ ਐਲਾਨ ਕੀਤੇ ਜਾਣਗੇ। ਪਹਿਲਾਂ ਤਾਂ ਕਿਆਸ ਲਗਾਏ ਜਾ ਰਹੇ ਸਨ ਕਿ ਨਵੰਬਰ 12 ਨੂੰ ਕੋਈ ਐਲਾਨ ਕੀਤਾ ਜਾ ਸਕਦਾ ਹੈ, ਪਰ ਫਿਲਹਾਲ ਇਮੀਗ੍ਰੇਸ਼ਨ ਸੰਬੰਧੀ ਹਜੇ ਤੱਕ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਜਦੋਂ ਤੋਂ ਸ਼ੌਨ ਫਰੇਜ਼ਰ ਇਮੀਗ੍ਰੇਸ਼ਨ ਮੰਤਰੀ ਬਣੇ ਨੇ ਉਦੋਂ ਤੋਂ ਹੁਣ ਤੱਕ ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਹਜੇ ਵੱਡਾ ਐਲਾਨ ਨਹੀਂ ਕੀਤਾ ਗਿਆ, ਜਿਸ ਦੀ ਉਡੀਕ ਕਾਫੀ ਗਿਣਤੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਜੇਕਰ ਇਸ ਦੇ ਉੱਤੇ ਕੋਈ ਵੀ ਅਪਡੇਟ ਆਵੇਗੀ ਤਾਂ ਤੁਹਾਨੂੰ ਪੀਐਨਸੀਆਂ ਦੇ ਉੱਤੇ ਦੱਸਾਂਗੇ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਇੱਕ ਸਕੂਲ ਦੇ ਵਿੱਚ ਲੜਾਈ ਹੋਈ ਤੇ ਚਾਕੂ ਮਾਰਨ ਦੇ ਮਾਮਲੇ ਸਾਹਮਣੇ ਆਏ ਨੇ। ਟੋਰਾਂਟੋ ਦੇ ਇੱਕ ਸਕੂਲ ਵਿੱਚ ਚਾਕੂ ਮਾਰਨ ਦੇ ਮਾਮਲੇ ਸਾਹਮਣੇ ਆਏ ਨੇ, ਜਿਸ ਤੋਂ ਬਾਅਦ 3 ਜਣਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੰਗਲਵਾਰ ਦੀ ਦੁਪਹਿਰ ਦਾ ਇਹ ਮਾਮਲਾ ਹੈ। ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਵਿਕਟੋਰੀਆ ਪਾਰਕ ਕਾਲਜੀਏਟ ਦੇ ਉੱਤੇ ਬੁਲਾਇਆ ਗਿਆ, ਜੋ ਕਿ ਪਾਰਕਸਵੁੱਡ ਵਿਲੇਜ ਡਰਾਈਵ ਤੇ ਵਿਕਟੋਰੀਆ ਪਾਰਕ ਐਵੇਨਿਊ ਦੇ ਕੋਲ ਨਾਰਥ ਯਾਰਕ ਦੇ ਵਿੱਚ ਹੈ, ਜਿੱਥੇ ਕਿ ਦੁਪਹਿਰ ਨੂੰ 3 ਵਜੇ ਦੇ ਕਰੀਬ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉੱਥੇ ਸਕੂਲ ਦੇ ਮੈਦਾਨ ਵਿੱਚ ਲੜਾਈ ਹੋਈ ਹੈ, ਜਿੱਥੇ ਉਹਨਾਂ ਨੂੰ ਬੁਲਾਇਆ ਗਿਆ। ਪੁਲਿਸ ਨੇ ਇਸ ਦੇ ਬਾਰੇ ਹਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਹਨਾਂ ਨੂੰ 2 ਨੌਜਵਾਨ ਜ਼ਖਮੀ ਹਾਲਤ ਵਿੱਚ ਮਿਲੇ, ਜਿਸ ਤੋਂ ਬਾਅਦ ਇੱਕ ਹੋਰ ਨੌਜਵਾਨ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਮਿਲਿਆ, ਜੋ ਕਿ ਬੇਹੋਸ਼ ਹੋ ਗਿਆ ਸੀ ਤੇ ਉਸ ਦੀ ਹਾਲਤ ਖਤਰੇ ਵਾਲੀ ਬਣੀ ਹੋਈ ਹੈ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਤਿੰਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੀ ਹਜੇ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਜੇ ਉਹ ਇਹਨਾਂ ਦੀ ਉਮਰ ਦੇ ਬਾਰੇ ਵੀ ਨਹੀਂ ਦੱਸ ਸਕਦੇ ਤੇ ਨਾਲ ਹੀ ਇੱਕ ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਵੀ ਲਿਆ। ਇਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਲੜਾਈ ਕਿਉਂ ਹੋਈ ਤੇ ਕੀ ਇਹ ਪੂਰਾ ਮਾਮਲਾ, ਇਸ ਦੇ ਬਾਰੇ ਪੁਲਿਸ ਨੇ ਹਜੇ ਦੱਸਿਆ ਤਾਂ ਨਹੀਂ ਹੈ, ਪਰ ਪੁਲਿਸ ਦੇ ਵੱਲੋਂ ਹੋਰ ਜ਼ਿਆਦਾ ਜਾਣਕਾਰੀ ਛੇਤੀ ਹੀ ਦਿੱਤੀ ਜਾਵੇਗੀ।